ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬੈਠਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੇ ਹਜ਼ੂਰ ਬਹਿ ਕੇ ਵਾਹਿਗੁਰੂ ਨਾਲ ਜੁੜਨ ਦਾ, ਪਰਮੇਸ਼ਰ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਯਤਨ ਕਰ ਰਹੇ ਹਾਂ। ਸਤਿਗੁਰੂ ਕਹਿੰਦੇ ਨੇ ਕਿ ਜਿਸ ਨੇ ਵੀ ਪਰਮੇਸ਼ਰ ਨੂੰ ਸਿਮਰਿਆ ਉਹ ਇਸ ਭਵ ਸਾਗਰ ਤੋਂ ਪਾਰ ਲੰਘਿਆ। ਚਾਹੇ ਉਹ ਕੋਈ ਵੀ ਹੋਵੇ, ਜਿਹਨੇ ਵੀ ਪ੍ਰਮਾਤਮਾ ਨੂੰ ਆਰਾਧਿਆ ਵਾਹਿਗੁਰੂ ਉਹਦਾ ਸਹਾਈ ਹੋਇਆ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਸਹਾਈ ਹੁੰਦਾ ਹੀ ਹੈ ਜਦੋਂ ਹੀ ਕੋਈ ਉਸ ਪਰਮੇਸ਼ਰ ਨੂੰ ਸਿਮਰਦਾ ਹੈ, ਉਹਨੂੰ ਯਾਦ ਕਰਦਾ ਹੈ। ਜਿੱਥੇ ਹਰ ਆਰਾਧੀ ਹੈ ਤਿੱਥੈ ਹਰ ਮਿੱਤ ਸਹਾਈ। ਉਹ ਵਾਹਿਗੁਰੂ ਮਿੱਤਰ ਉੱਥੇ ਹੀ ਸਹਾਈ ਹੁੰਦਾ ਜਿੱਥੇ ਉਹਨੂੰ ਯਾਦ ਕੀਤਾ ਜਾਂਦਾ ਹੈ। ਚਾਹੇ ਉਹ ਕਿਤੇ ਵੀ ਕਿਸੇ ਵੀ ਜਗ੍ਹਾ ਹੋਵੇ, ਉਹ ਵਾਹਿਗੁਰੂ ਸਹਾਇਕ ਹੁੰਦਾ ਹੀ ਹੈ। ਨਿਰਭਰ ਕਰਦਾ ਹੈ ਕਿ ਸਾਡੀ ਭਾਵਨਾ ਕੀ ਹੈ, ਸਾਡੀ ਮਨੋਦਸ਼ਾ ਕੀ ਹੈ ਜਦੋਂ ਅਸੀਂ ਉਸ ਨੂੰ ਸਿਮਰਦੇ ਹਾਂ। ਸਾਡੇ ਮਨ ਦੇ ਭਾਵ ਕੀ ਹੁੰਦੇ ਨੇ ਜਦੋਂ ਅਸੀਂ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਦਾ ਨਾਮ ਲੈਂਦੇ ਹਾਂ। ਸਤਿਗੁਰੂ ਸਮਝਾਉਂਦੇ ਉਸ ਵਾਹਿਗੁਰੂ ਨੂੰ ਜਿਨ੍ਹਾਂ ਨੇ ਵੀ ਸਿਮਰਿਆ, ਵਾਹਿਗੁਰੂ ਨੇ ਰਹਿਮਤ ਜ਼ਰੂਰ ਕਰੀ ਹੈ। ਸਤਿਗੁਰੂ ਦੀ ਬਾਣੀ ਦਾ ਬਚਨ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਜਿਸ ਬੰਦੇ ਦੇ ਉੱਤੇ ਬਹੁਤ ਵੱਡੀ ਕੋਈ ਮੁਸੀਬਤ ਆ ਪਵੇ ਤੇ ਉਸ ਨੂੰ ਇਸ ਮੁਸੀਬਤ ਦੇ ਵਿੱਚ ਕੋਈ ਵੀ ਸਹਾਰਾ ਦੇਣ ਵਾਲਾ ਨਾ ਹੋਵੇ। ਅਕਸਰ ਐਸਾ ਹੀ ਹੁੰਦਾ ਹੈ ਕਿ ਜਦੋਂ ਮੁਸੀਬਤ ਆਉਂਦੀ ਬੰਦੇ ਤੇ ਤਾਂ ਲੋਕ ਕਿਨਾਰਾ ਕਰ ਹੀ ਜਾਂਦੇ ਨੇ, ਤੇ ਫਿਰ ਮੁਸੀਬਤ ਵਿੱਚ ਦੁਸ਼ਮਣ ਲਾਗੂ ਹੋ ਜਾਂਦੇ, ਨੇੜੇ ਹੋ ਜਾਂਦੇ ਨੇ, ਤੇ ਮਿੱਤਰ ਸੱਜਣ ਦੂਰ। ਸਤਿਗੁਰੂ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਕਿ ਸਾਕ ਸੰਬੰਧੀ ਭੱਜ ਖਲੋਂਦੇ ਨੇ, ਮਿੱਤਰ ਸੱਜਣ ਰਿਸ਼ਤੇਦਾਰ ਉਹ ਪਾਸੇ ਹੋ ਜਾਂਦੇ ਨੇ ਕਿ ਕਿਤੇ ਪੈਸੇ ਹੀ ਨਾ ਮੰਗ ਲਵੇ, ਕਿਤੇ ਇਹਦੀ ਵਜ੍ਹਾ ਕਰਕੇ ਅਸੀਂ ਨਾ ਮੁਸੀਬਤ ਵਿੱਚ ਫਸ ਜਾਈਏ। ਇਸ ਲਈ ਲੋਕ ਪਾਸੇ ਹੋ ਜਾਂਦੇ ਨੇ, ਪਹਿਲਾਂ ਹੀ ਫੋਨ ਚੁੱਕਣਾ ਬੰਦ ਕਰ ਦਿੰਦੇ ਨੇ ਕਿ ਇਹ ਜ਼ਰੂਰ ਪੈਸੇ ਮੰਗੇਗਾ, ਜ਼ਰੂਰ ਕੁਛ ਨਾ ਕੁਛ ਸਾਨੂੰ ਜੱਬ ਪਾਏਗਾ। ਸਤਿਗੁਰੂ ਕਹਿੰਦੇ ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। ਸਭ ਆਸਰੇ ਚੁੱਕ ਗਏ, ਸਭ ਖਤਮ ਹੋ ਗਏ। ਪਰ
ਜਦੋਂ ਸਭ ਆਸਰੇ ਮਿਟ ਜਾਣ, ਕੋਈ ਸਹਾਰਾ ਕੋਈ ਆਸਰਾ ਨਾ ਰਹੇ, ਜੇ ਉਸ ਵਕਤ ਬੰਦਾ ਵਾਹਿਗੁਰੂ ਦਾ ਆਸਰਾ ਲੈ ਲਵੇ, ਸਤਿਗੁਰੂ ਕਹਿੰਦੇ ਚਿੱਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗੈ ਨਾ ਤੱਤੀ ਵਾਓ। ਜੇ ਬੰਦਾ ਉਸ ਵੇਲੇ ਵਾਹਿਗੁਰੂ ਨੂੰ ਸਿਮਰੇ, ਪਰਮੇਸ਼ਰ ਨੂੰ ਆਪਣੇ ਚਿੱਤ ਵਿੱਚ ਲਿਆਵੇ, ਤਾਂ ਫਿਰ ਇਸ ਨੂੰ ਤੱਤੀ ਵਾਓ ਨਹੀਂ ਲੱਗਦੀ। ਇਹਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ, ਕਿਉਂਕਿ ਉਹ ਵਾਹਿਗੁਰੂ ਸਹਾਈ ਹੁੰਦਾ ਹੈ। ਸਤਿਗੁਰੂ ਕਹਿੰਦੇ ਜੇ ਕੋ ਹੋਵੇ ਦੁਬਲਾ, ਜੇ ਕੋਈ ਬਹੁਤ ਜ਼ਿਆਦਾ ਸਰੀਰ ਕਰਕੇ ਕਮਜ਼ੋਰ ਹੋਵੇ, ਨੰਗ ਭੁੱਖ ਕੀ ਪੀਰ, ਕਿ ਨੰਗ ਤੇ ਭੁੱਖ ਉਹਦੇ ਪੱਲੇ ਹੈ, ਖਾਣ ਨੂੰ ਕੁਛ ਨਹੀਂ, ਪਹਿਨਣ ਨੂੰ ਕੁਛ ਬਹੁਤਾ ਕੱਪੜਾ ਨਹੀਂ ਹੈ, ਤੇ ਇਸ ਪੀੜਾ ਦੇ ਵਿੱਚ ਹੈ, ਦਲਿੱਦਰਤਾ ਹੈ, ਗਰੀਬੀ ਹੈ, ਭੁੱਖਮਰੀ ਹੈ, ਕੁਛ ਵੀ ਪੱਲੇ ਨਹੀਂ ਹੈ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਉਹਦੇ ਪੱਲੇ ਕੋਈ ਦਮੜਾ ਨਹੀਂ, ਕੋਈ ਪੈਸਾ ਨਹੀਂ ਹੈ, ਤੇ ਐਸੇ ਬੰਦੇ ਨੂੰ ਕੋਈ ਬੰਦਾ ਧੀਰਜ, ਹੌਸਲਾ ਵੀ ਨਹੀਂ ਦਿੰਦਾ। ਉਸ ਨੂੰ ਕੋਈ ਇਹ ਵੀ ਨਹੀਂ ਕਹਿੰਦਾ ਕਿ ਕੋਈ ਗੱਲ ਨਹੀਂ ਭਰਾ, ਫਿਕਰ ਨਾ ਕਰ, ਮੈਂ ਤੇਰੇ ਨਾਲ ਖਲੋਤਾ। ਇੰਨਾ ਹੌਸਲਾ ਵੀ ਨਹੀਂ ਉਹਨੂੰ ਕੋਈ ਦਿੰਦਾ। ਨਾ ਕੋ ਦੇਵੈ ਧੀਰ, ਸਵਾਰਥ ਸਵਾਓ ਨਾ ਕੋ ਕਰੈ। ਉਹਦਾ ਕੋਈ ਸਵਾਰਥ, ਉਹਦਾ ਕੋਈ ਮਨੋਰਥ, ਉਹ ਵੀ ਕੋਈ ਪੂਰਾ ਨਹੀਂ ਹੁੰਦਾ। ਨਾ ਕਿਛ ਹੋਵੇ ਕਾਜ, ਨਾ ਹੀ ਉਹਦਾ ਕੋਈ ਕਾਰਜ ਹੁੰਦਾ ਹੈ ਉਹਦੇ ਕੋਲੋਂ, ਆਪਣੇ ਕੋਲੋਂ ਵੀ ਉਹਦੇ ਕੋਲ ਕਰਨ ਦੀ ਹਿੰਮਤ ਨਹੀਂ। ਸਤਿਗੁਰੂ ਕਹਿੰਦੇ ਚਿੱਤ ਆਵੈ ਉਸ ਪਾਰ ਬ੍ਰਹਮ, ਤਾਂ ਨੇਚਲ ਹੋਵੇ ਰਾਜ। ਜੇ ਵਾਹਿਗੁਰੂ ਚਿੱਤ ਆ ਜਾਏ, ਜੇ ਪਰਮੇਸ਼ਰ ਮਨ ਵਿੱਚ ਆ ਵਸੇ, ਤਾਂ ਉਹਦਾ ਰਾਜ ਨਿਹਚਲ ਹੋ ਜਾਂਦਾ ਹੈ। ਉਹ ਰਹਿੰਦੀ ਦੁਨੀਆ ਤੱਕ ਉਹਦੇ ਰਾਜ ਦੀ ਚਰਚਾ ਹੁੰਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਜੇ ਕੋਈ ਐਸਾ ਆਦਮੀ ਜਿਸ ਨੇ ਕਦੇ ਕੋਈ ਧਾਰਮਿਕ ਗੀਤ ਨਾ ਸੁਣਿਆ ਹੋਵੇ, ਨਾ ਗਾਇਆ ਹੋਵੇ, ਜਿਹਨੇ ਕੋਈ ਕਵਿਤਾ, ਕੋਈ ਕਵਿਤ, ਕੋਈ ਪਰਮੇਸ਼ਰ ਦਾ ਕਦੇ ਨਹੀਂ ਗਾਇਆ, ਕਦੇ ਗਾਇਨ ਨਹੀਂ ਕੀਤਾ, ਆਪਣੀ ਰਸਨਾ ਤੇ ਕਦੇ ਰੱਖਿਆ ਹੀ ਨਹੀਂ, ਕੰਨ ਰਾਹੀਂ ਕਦੇ ਸਿਫਤ ਸਲਾਹ ਰੱਬ ਦੀ ਸੁਣੀ ਨਹੀਂ, ਉਹ ਬੰਦਾ ਵੀ ਜੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਵੇ, ਤੇ ਉਹਦਾ ਵੀ ਉਧਾਰ ਹੋ ਜਾਂਦਾ ਹੈ, ਉਹਦਾ ਵੀ ਭਲਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਪਾਪੀ ਤੋਂ ਪਾਪੀ ਬੰਦਾ ਵੀ, ਕਿ ਜਿਹੜਾ ਇੰਨੇ ਕੁ ਜ਼ਿਆਦਾ ਉਸਨੇ ਪਾਪ ਕੀਤੇ ਹੋਣ, ਕੁਕਰਮ ਕੀਤੇ ਹੋਣ, ਕਿ ਉਸ ਦਾ ਮਰ ਜਾਣਾ ਹੀ ਲੋਕ ਚੰਗਾ ਸਮਝਦੇ ਹੋਣ, ਕਿ ਇਹ ਬੰਦਾ ਤਾਂ ਖਤਮ ਹੀ ਹੋ ਜਾਵੇ। ਸਤਿਗੁਰੂ ਕਹਿੰਦੇ ਜੇ ਉਹ ਬੰਦਾ ਵੀ ਵਾਹਿਗੁਰੂ ਨੂੰ ਸਿਮਰੇ, ਤਾਂ ਉਹਦਾ ਵੀ ਉਧਾਰ ਹੋ ਜਾਂਦਾ ਹੈ, ਉਸ ਦਾ ਵੀ ਭਲਾ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਨੂੰ ਧਿਆਇਆ, ਉਹਨੂੰ ਸਿਮਰਿਆ, ਉਹ ਤਰ ਗਏ। ਜਿਨ੍ਹਾਂ ਦੀ ਵੀ ਰਸਨਾ ਤੇ ਵਾਹਿਗੁਰੂ ਦਾ ਨਾਮ ਆਇਆ, ਉਹਨਾਂ ਦਾ ਜੀਵਨ ਸਵਰ ਗਿਆ। ਇਸ ਲਈ ਅੱਜ ਦੇ ਇਸ ਬਚਨ ਅੰਦਰ ਨਾਮਦੇਵ ਜੀ ਪਰਮੇਸ਼ਰ ਦੀ ਇਸੇ ਖੇਡ ਦਾ ਜ਼ਿਕਰ ਕਰਦੇ ਨੇ, ਕਿ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਨੂੰ ਸਿਮਰਿਆ, ਉਹ ਤਰ ਗਏ। ਨਾਮਦੇਵ ਜੀ ਦਾ ਇਹ ਗੌੜੀ ਰਾਗ ਅੰਦਰ ਪਹਿਲਾ ਸ਼ਬਦ ਹੈ। ਨਾਮਦੇਵ ਜੀ ਸਾਨੂੰ ਸੋਝੀ ਦਿੰਦੇ ਸਮਝਾਉਂਦੇ ਨੇ ਕਿ ਦੇਵਾ ਪਾਹਣ ਤਾਰੀਅਲੇ, ਕਿ ਪ੍ਰਮਾਤਮਾ ਦੇ ਨਾਮ ਨਾਲ ਤਾਂ ਪੱਥਰ ਵੀ ਤਰ ਜਾਂਦੇ ਨੇ। ਪਾਹਣ ਮਤਲਬ ਪੱਥਰ। ਇਹ ਸਨਾਤਨ ਧਰਮ ਦੇ ਵਿੱਚ ਧਾਰਨਾ ਰਹੀ ਹੈ ਕਿ ਰਾਮ ਨਾਮ ਲਿਖਣ ਨਾਲ
ਸਮੁੰਦਰ ਦੇ ਉੱਪਰ ਪੱਥਰ ਵੀ ਤਰ ਗਏ ਸਨ। ਜਦੋਂ ਲੰਕਾ ਜਾਣ ਲਈ ਪੁਲ ਬਣਾਇਆ ਗਿਆ, ਸੇਤੂ ਬਣਾਇਆ ਗਿਆ, ਤਾਂ ਉਹਨਾਂ ਪੱਥਰਾਂ ਦੇ ਉੱਤੇ ਰਾਮ ਰਾਮ ਲਿਖਿਆ ਗਿਆ ਤੇ ਰਾਮ ਲਿਖਣ ਨਾਲ ਉਹ ਪੱਥਰ ਵੀ ਤਰ ਗਏ ਪਾਣੀ ਦੇ ਉੱਤੇ। ਨਾਮਦੇਵ ਜੀ ਕਹਿੰਦੇ ਜੇ ਰਾਮ ਨਾਮ ਕਹਿਣ ਨਾਲ, ਲਿਖਣ ਨਾਲ ਪੱਥਰ ਤਰ ਸਕਦੇ ਨੇ, ਜੇ ਪੱਥਰਾਂ ਦਾ ਵੀ ਪਾਰ ਉਤਾਰਾ ਹੋ ਸਕਦਾ ਹੈ, ਤਾਂ ਫਿਰ ਰਾਮ ਕਹਿਤ ਜਨ ਕਸ ਨਾ ਤਰੇ, ਤਾਂ ਫਿਰ ਪ੍ਰਮਾਤਮਾ ਦਾ ਨਾਮ ਜਪਦਿਆਂ ਬੰਦਾ ਕਿਵੇਂ ਨਹੀਂ ਤਰੇਗਾ। ਵਾਹਿਗੁਰੂ ਦਾ ਨਾਮ ਆਪਣੀ ਰਸਨਾ ਤੋਂ ਕਹਿੰਦਿਆਂ ਬੰਦੇ ਦਾ ਪਾਰ ਉਤਾਰਾ ਕਿਵੇਂ ਨਹੀਂ ਹੋਵੇਗਾ। ਰਾਮ ਕਹਿਤ ਜਨ ਕਸ ਨਾ ਤਰੇ, ਸਤਿਗੁਰੂ ਕਹਿੰਦੇ ਕੈਸੇ ਨਹੀਂ ਤਰੇਗਾ, ਕਿਵੇਂ ਨਹੀਂ ਪਾਰ ਹੋਵੇਗਾ ਬੰਦਾ। ਜਦ ਪੱਥਰ ਪਾਰ ਲੰਘ ਸਕਦਾ ਹੈ ਤਾਂ ਕੀ ਬੰਦਾ ਪੱਥਰ ਨਾਲੋਂ ਵੀ ਗਿਆ ਗੁਜ਼ਰਿਆ। ਇਸ ਗੱਲ ਨੂੰ ਸਮਝਣਾ ਕਿ ਕੀ ਆਦਮੀ ਪੱਥਰ ਨਾਲੋਂ ਵੀ ਲੰਘਿਆ ਹੋਇਆ, ਗੁਜ਼ਰਿਆ ਹੋਇਆ। ਪੱਥਰ ਅੰਦਰ ਵੀ ਚੇਤਨਤਾ ਹੈ, ਪਰ ਬਹੁਤ ਜ਼ਿਆਦਾ ਘੱਟ, ਬਹੁਤ ਘੱਟ। पेड़ पौधे जो दरख्त ने, इन्हां अंदर चेतनता है, पर पत्थर नालों ज्यादा। पंछियां अंदर, पशुआं अंदर भी चेतनता है, पर दरख्तां नालों वध। बंदे अंदर जिहड़ी चेतनता है वो सब नालों वध है, वो सब नालों ज्यादा। ਬੰਦੇ ਦੇ ਕੋਲ ਜੋ ਸੋਚਣ ਦੀ, ਜੋ ਸਮਝਣ ਦੀ ਸਮਰੱਥਾ ਹੈ, ਉਹ ਪਸ਼ੂਆਂ ਪੰਛੀਆਂ ਦੇ ਕੋਲ, ਪੇੜ ਪੌਦਿਆਂ ਕੋਲ ਹੈ ਹੀ ਨਹੀਂ। ਓਨੀ ਹੈ ਪਰ ਬਹੁਤ ਘੱਟ, ਬਹੁਤ ਜ਼ਿਆਦਾ ਘੱਟ ਹੈ। ਇਸ ਲਈ ਉਹ ਬੰਦੇ ਦਾ ਮੁਕਾਬਲਾ ਕਦੇ ਨਹੀਂ ਕਰ ਪਾਉਂਦੇ। ਇਸੇ ਕਰਕੇ ਬੰਦੇ ਨੇ ਬਹੁਤ ਕੁਝ ਪੱਥਰਾਂ ਨੂੰ ਘੜ ਕੇ ਬਣਾ ਲਿਆ। ਇਸ ਲਈ ਬੰਦੇ ਨੇ ਪਸ਼ੂਆਂ ਪੰਛੀਆਂ ਨੂੰ, ਜਾਨਵਰਾਂ ਨੂੰ ਵਸ ਕਰ ਲਿਆ। ਸ਼ੇਰ ਵਰਗੇ ਜਾਨਵਰ ਵੀ ਬੰਦੇ ਨੇ ਸਰਕਸ ਦੇ ਵਿੱਚ ਨੱਚਣ ਲਾ ਦਿੱਤੇ। ਹਾਥੀਆਂ ਨੂੰ ਵੀ ਇਸ ਨੇ ਫੁੱਟਬਾਲ ਖੇਡਣ ਤੇ ਲਾ ਦਿੱਤਾ ਸਰਕਸ ਵਿੱਚ। ਬੇਸ਼ੱਕ ਹਾਥੀ ਦੇ ਸਾਹਮਣੇ ਬੰਦੇ ਦੀ ਕੋਈ ਹੈਸੀਅਤ ਨਹੀਂ ਹੈ, ਸ਼ੇਰ ਦੇ ਸਾਹਮਣੇ ਬੰਦੇ ਦੀ ਕੀ ਔਕਾਤ ਹੈ, ਪਰ ਬੰਦੇ ਨੇ ਉਸ ਨੂੰ ਆਪਣੀ ਬੁੱਧੀ ਨਾਲ ਕਾਬੂ ਕਰ ਲਿਆ। ਬੰਦੇ ਅੰਦਰ ਜੋ ਚੇਤਨਤਾ ਹੈ ਉਹ ਹੋਰ ਕਿਸੇ ਅੰਦਰ ਨਹੀਂ। ਇਸ ਲਈ ਨਾਮਦੇਵ ਜੀ ਕਹਿੰਦੇ ਕਿ ਜਦ ਪੱਥਰ ਤਰ ਸਕਦੇ ਨੇ ਤਾਂ ਬੰਦਾ ਕਿਉਂ ਨਹੀਂ ਤਰ ਸਕਦਾ। ਜਦ ਪੱਥਰਾਂ ਨੂੰ ਵੀ ਸਮੁੰਦਰ ਤੇ ਤਾਰਿਆ ਜਾ ਸਕਦਾ ਹੈ ਤਾਂ ਕਿ ਬੰਦਾ ਇਸ ਭਵ ਸਾਗਰ ਨੂੰ ਨਹੀਂ ਤਰ ਸਕਦਾ। ਇਸ ਲਈ ਨਾਮਦੇਵ ਜੀ ਕਹਿੰਦੇ ਦੇਵਾ ਪਾਹਨ ਤਾਰੀਅਲੇ, ਜਦ ਤੂੰ ਪੱਥਰਾਂ ਨੂੰ ਤਾਰ ਦਿੱਤਾ ਤਾਂ ਫਿਰ ਰਾਮ ਕਹਿਤ ਜਨ ਕਸ ਨਾ ਤਰੇ, ਰੱਬ ਦਾ ਨਾਮ ਕਹਿੰਦਿਆਂ ਬੰਦਾ ਕਿਵੇਂ ਨਹੀਂ ਤਰੇਗਾ। ਹੁਣ ਇੰਨਾ ਕੌਨਫੀਡੈਂਸ, ਇੰਨਾ ਵਿਸ਼ਵਾਸ ਕਿ ਜਦ ਪੱਥਰ ਤਰ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਤਰਾਂਗਾ। ਫਿਰ ਹੀ ਬੰਦੇ ਦਾ ਪਾਰ ਉਤਾਰਾ ਹੁੰਦਾ ਹੈ। ਇਸ ਲਈ ਇਹ ਖਿਆਲ ਰੱਖਣਾ ਕਿ ਇਸ ਸੰਸਾਰ ਦੇ ਵਿੱਚ ਜੇ ਕੋਈ ਇੱਕ ਬੰਦਾ ਤਰ ਗਿਆ ਤਾਂ ਸਮਝਣਾ ਕਿ ਬਾਕੀਆਂ ਦੇ ਵੀ ਤਰਨ ਦੀ ਸੰਭਾਵਨਾ ਹੈ। ਨਾਮਦੇਵ ਜੀ ਨੇ ਤਾਂ ਪੱਥਰ ਦੀ ਗੱਲ ਕੀਤੀ ਕਿ ਜੇ ਪੱਥਰ ਤਰ ਸਕਦਾ ਹੈ ਤਾਂ ਬੰਦਾ ਵੀ ਤਰ ਸਕਦਾ ਹੈ। ਜੇ ਇਸ ਧਰਤੀ ਦੇ ਉੱਪਰ ਕਿਸੇ ਇੱਕ ਬੰਦੇ ਦਾ ਵੀ ਉਧਾਰ ਹੋਇਆ ਤਾਂ ਫਿਰ ਇਹ ਸਾਫ਼ ਸਪਸ਼ਟ ਗੱਲ ਹੈ ਕਿ ਦੂਸਰੇ ਵੀ ਤਰ ਸਕਦੇ ਨੇ, ਦੂਸਰਿਆਂ ਦਾ ਵੀ ਭਲਾ ਹੋ ਸਕਦਾ ਹੈ। ਇੱਕ ਸ਼ਬਦ ਆਪਾਂ ਪੜ੍ਹਦੇ ਆ ਨਾ
ਗੁਰੂ ਅਰਜੁਨ ਦੇਵ ਮਹਾਰਾਜ ਦਾ, ਜਿਹਦੇ ਵਿੱਚ ਉਹਨਾਂ ਨੇ ਭਗਤਾਂ ਦਾ ਜ਼ਿਕਰ ਕੀਤਾ। ਉਹਨਾਂ ਜ਼ਿਕਰ ਕੀਤਾ ਕਿ ਗੋਬਿੰਦ ਦੇ ਨਾਲ ਜੁੜ ਕੇ ਨਾਮਦੇਵ ਕਿਵੇਂ ਕੌਡੀ ਤੋਂ ਲੱਖਾਂ ਦੇ ਹੋ ਗਏ, ਕਿ ਕਬੀਰ ਜਿਹੜੇ ਕਿ ਕੱਪੜਾ ਬੁਣਨ ਦਾ ਕੰਮ ਕਰਦੇ ਸਨ, ਜਿਨ੍ਹਾਂ ਨੂੰ ਲੋਕ ਨੀਚ ਜੁਲਾਹਾ ਕਹਿੰਦੇ ਸਨ, ਉਹ ਕਿਵੇਂ ਗੁਣਾਂ ਦਾ ਗਹੀਰ ਹੋ ਗਿਆ। ਰਵਿਦਾਸ ਜੀ ਉਹ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਨੇ, ਉਹ ਰੱਬ ਦਾ ਨਾਮ ਸਿਮਰ ਕੇ ਉਹ ਪਾਰ ਲੰਘ ਗਏ। ਭਗਤ ਸੈਣ ਜਿਹੜੇ ਲੋਕਾਂ ਦੇ ਘਰਾਂ ਦੇ ਨਿੱਕੇ ਮੋਟੇ ਕੰਮ ਕਰਨ ਵਾਲੇ, ਉਹ ਪ੍ਰਮਾਤਮਾ ਨੂੰ ਸਿਮਰ ਕੇ ਭਗਤਾਂ ਦੇ ਵਿੱਚ ਗਿਣੇ ਜਾਣ ਲੱਗੇ। ਤੇ ਇਹਨਾਂ ਸਾਰਿਆਂ ਦੀ ਗਾਥਾ ਸੁਣ ਕੇ ਭਗਤ ਧੰਨੇ ਨੂੰ ਵੀ ਚਾਅ ਚੜਿਆ ਤੇ ਉਹ ਵੀ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੱਗ ਗਏ ਕਿ ਜਦ ਇਹ ਵੀ ਤਾਂ ਮੇਰੇ ਵਰਗੇ ਹੀ ਨੇ, ਜੇ ਇਹਨਾਂ ਦਾ ਬੇੜਾ ਪਾਰ ਹੋ ਗਿਆ ਤਾਂ ਮੇਰਾ ਵੀ ਤਾਂ ਹੋ ਹੀ ਸਕਦਾ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ, ਬੁਰਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਨ ਕੈ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਗਤਾ। ਜਦੋਂ ਦੇਖ ਲਿਆ ਕਿ ਦੂਸਰੇ ਤਰ ਗਏ, ਨਾਮਦੇਵ ਤਰ ਗਏ, ਕਬੀਰ ਤਰ ਗਏ, ਰਵਿਦਾਸ ਤਰ ਗਏ, ਸੈਣ ਤਰ ਗਏ, ਤਾਂ ਫਿਰ ਮੈਂ ਵੀ ਤਰ ਹੀ ਜਾਵਾਂਗਾ। ਇੱਕ ਫਰੀਦ ਸਾਹਿਬ ਦਾ ਬਚਨ ਹੈ, ਸ਼ਾਇਦ ਤੁਸੀਂ ਧਿਆਨ ਦਿੱਤਾ ਹੋਵੇ। ਫਰੀਦ ਸਾਹਿਬ ਕਹਿੰਦੇ ਕਿ ਸੈਲ ਲੰਘੰਦੇ ਪਾਰ, ਕਿ ਸ਼ੈਲ ਛਵੀਲੇ ਨੌਜਵਾਨ, ਉਹਨਾਂ ਨੂੰ ਇੱਕ ਨਦੀ ਦੇ ਕੰਢੇ ਖੜੀ ਇਸਤਰੀ ਦੇਖਦੀ ਹੈ ਕਿ ਉਹ ਨਦੀ ਨੂੰ ਪਾਰ ਲੰਘ ਕੇ ਦੂਸਰੇ ਪਾਸੇ ਚਲੇ ਗਏ ਤੇ ਗੋਰੀ ਮਨ ਧੀਰਿਆ। ਉਸ ਗੋਰੀ ਦਾ, ਉਸ ਲੜਕੀ ਦਾ, ਇਸਤਰੀ ਦਾ ਮਨ ਹੌਸਲਾ ਫੜ ਗਿਆ ਇਸ ਗੱਲ ਨੂੰ ਦੇਖ ਕੇ ਕਿ ਜਦ ਇਹ ਪਾਰ ਲੰਘ ਸਕਦੇ ਨੇ ਦੂਸਰੇ ਪਾਸੇ ਤਾਂ ਮੈਂ ਕਿਉਂ ਨਹੀਂ ਲੰਘ ਸਕਦੀ, ਮੈਂ ਵੀ ਲੰਘ ਜਾਵਾਂਗੀ। ਫਰੀਦ ਸਾਹਿਬ ਕਹਿੰਦੇ ਜਦੋਂ ਇਸ ਤਰ੍ਹਾਂ ਭਗਤਾਂ ਦੀਆਂ ਸਾਖੀਆਂ ਸੁਣੋ, ਗੁਰਮੁਖਾਂ ਦੀਆਂ ਗੱਲਾਂ ਸੁਣੋ, ਗੁਰਸਿੱਖਾਂ ਦੀ ਗਾਥਾ ਸੁਣੋ, ਗੁਰੂ ਦੀ ਗਾਥਾ ਸੁਣੋ, ਤਾਂ ਮਨ ਵਿੱਚ ਹੌਸਲਾ ਵੱਜਦਾ ਹੈ ਕਿ ਜਦ ਇਹ ਤਰ ਗਏ ਤਾਂ ਮੈਂ ਕਿਉਂ ਨਹੀਂ ਤਰਾਂਗਾ। ਕੀ ਅਸੀਂ ਲੋਕ ਪੱਥਰ ਨਾਲੋਂ ਵੀ ਗਏ ਗੁਜ਼ਰੇ ਹਾਂ, ਜਾਂ ਅਸੀਂ ਪੱਥਰ ਨਾਲੋਂ ਵੀ ਜ਼ਿਆਦਾ ਸਖਤ ਹਾਂ ਕਿ ਜਿਹੜਾ ਅਸੀਂ ਪਾਰ ਨਹੀਂ ਲੰਘ ਸਕਦੇ। ਇਸ ਲਈ ਸਤਿਗੁਰੂ ਕਹਿੰਦੇ ਦੇਵਾ ਪਾਹਨ ਤਾਰੀਅਲੇ, ਨਾਮ ਰਾਮ ਕਹਿਤ ਜਨ ਕਸ ਨਾ ਤਰੇ। ਵਾਹਿਗੁਰੂ ਦਾ ਨਾਮ ਲੈਂਦਿਆਂ ਬੰਦਾ ਕਿਵੇਂ ਨਹੀਂ ਤਰਦਾ, ਕਿਵੇਂ ਨਹੀਂ ਪਾਰ ਹੁੰਦਾ। ਸਤਿਗੁਰੂ ਕਹਿੰਦੇ ਉਹ ਪਾਰ ਹੋਵੇਗਾ ਹੀ ਹੋਵੇਗਾ, ਕਿਉਂਕਿ ਬੰਦਾ ਪੱਥਰ ਨਹੀਂ ਹੈ। ਅਸੀਂ ਪੱਥਰ ਨਹੀਂ ਹਾਂ ਕਿ ਅਸੀਂ ਪੱਥਰ ਹਾਂ, ਕਿ ਅਸੀਂ ਸਖਤ ਹਾਂ ਇੰਨੇ ਜ਼ਿਆਦਾ ਕਿ ਸਾਨੂੰ ਕਿਸੇ ਤੇ ਦਇਆ ਨਹੀਂ ਆਉਂਦੀ, ਸਾਨੂੰ ਕਿਸੇ ਤੇ ਤਰਸ ਨਹੀਂ ਆਉਂਦਾ। ਜਰਾ ਆਪਣੇ ਆਪ ਨੂੰ ਦੇਖੀਏ ਤਾਂ ਸਹੀ ਕਿ ਅਸੀਂ ਪੱਥਰ ਜੈਸੇ ਹਾਂ, ਕਿ ਸਾਡਾ ਮਨ ਪਿਘਲਦਾ ਨਹੀਂ, ਕਿ ਸਾਨੂੰ ਜਰਾ ਵੀ ਦਇਆ ਨਹੀਂ, ਜਰਾ ਵੀ ਤਰਸ ਨਹੀਂ। ਜੇ ਐਸਾ ਹੈ ਤਾਂ ਫਿਰ ਕਹਿ ਸਕਦੇ ਹਾਂ ਕਿ ਅਸੀਂ ਪਾਰ ਨਹੀਂ ਲੰਘਾਂਗੇ, ਕਿਉਂਕਿ ਅਸੀਂ ਪੱਥਰ ਹਾਂ। ਪਰ ਜਦੋਂ ਕਿਸੇ ਦੂਸਰੇ ਦਾ ਦੁੱਖ ਦੇਖ ਕੇ ਖੁਦ ਨੂੰ ਦਰਦ ਹੋਵੇ ਤਾਂ ਸਮਝਣਾ ਕਿ ਪੱਥਰ ਨਹੀਂ ਹਾਂ। ਕਿਸੇ ਨੂੰ ਦੇਖ ਕੇ ਦਇਆ ਆ ਜਾਵੇ, ਤਰਸ ਆ ਜਾਵੇ, ਕਿਸੇ ਦੂਸਰੇ ਦਾ ਦਰਿੱਦਰ ਦੇਖ ਕੇ ਮਨ ਵਿੱਚ ਇਹ ਵਿਚਾਰ ਉੱਠ ਖੜੋਵੇ
कि वाहिगुरू जे मैनू दिता है ना सुख तां किरपा करके इनू भी देई। जदों इस तरह की भावना आ जाए तो समझना पत्थर नहीं हाँ असी। सतगुरु कहते रब दा नाम लेंदियां बंदा किवें नहीं तरेगा, उतरेगा ही, वो पार होवेगा ही, क्योंकि बंदे दी नियति ही ये है, बंदे दा इहदा भाग, इहदी किस्मत, इहदी डेस्टिनी यही है, उस वाहिगुरू विच लीन होना, उस परमेश्वर विच इकमिक होना, यही बंदे दे भागां विच है, उहदे विच ही लीन होना है। असी नहीं हो पाते, सानू नहीं माहौल मिल पाता, वो गल वखरी है, पर साडी किस्मत यही है उस वाहिगुरू विच मिलना। इसलिए सतगुरु कहंदे तारीले गणका, गणका जड़ी वेशवा सी, लोग कहते सन कि वेशवा बड़ी विविचारण है, गणका ये विविचार कमाउंदी है, इहदा ते कदे बेड़ा पार हो ही नहीं सकता। ख्याल रखना कि लोग अक्सर गणका वर्गियां नूं ही दोष दिंदे ने, पर जिहड़े उन्हां दे दर जांदे ने उन्हां नूं कोई दोष नहीं दिंदा। गणका नूं लोग कहंदे कि ये पापण है, ये कुकर्म कमाउंदी है, ये माड़े कर्म कमाउंदी, पर गणका तर गई, गणका दा बेड़ा पार हो गया ते गणका दे दर जाण वाले डुब गए। ये बड़ी हैरानी वाली गल है, क्योंकि लोग जिन्हों पापण कहते सन वो तर गई, ते जिन्हां नूं लोग कहते सन पुन्न आत्मा धर्मी वो डुब गए। कहानी उल्टी हो गई। हमेशा ऐसा हुंदा है कि जो असी एक्सपैक्ट करते हैं ना, कई बारी उहदे तो उल्ट वापर जाता है। साडे सोच तो, साडी समझ तो बाहर की गल हो जाती। नामदेव जी कहते तारी ले गणका, परमेश्वर ने गणका नूं तार दिता। भाई गुरदास ने भी गणका का जिक्र किया कि गणका तर गई। गणका किवें तरी? कहते ने कि गणका दे दरवाजे दे बाहर एक साधु आ बैठा, उसनूं नहीं सी पता कि यह किहदा घर है, कौन इत्थे रहिंदा है। वो आ बैठा ते गणका उसनूं दरवाजा खोल के मिलदी है, ते उसने ते अपने उसे तरीके नाल गलबात करनी चाहिए, पर साधु ने गणका का मन बदल दिता। साधु का संग गणका का मन बदल गया। उसने गणका नूं अपने कोलों एक तोता दिता। उस साधु कोल एक तोता सी, उसने वो गणका नूं दिता ते गणका ने कहा मैं इस तोते का की करांगी। साधु ने कहा तू कुछ नहीं करना, बस ये तोते का सुभाव है ना कि जदों मैं राम राम बोलदा ना, ये तोता मेरे मगर मगर बोलदा है, तू इस तोते नूं पढ़ाई जाई, बस गल खत्म, होर कुछ करने की जरूरत नहीं। साधु उस गणका नूं तोता दे के चला गया। हुण गणका उस तोते नूं राम राम पढ़ाउंदी है, जदों भी उहनूं वक्त मिलदा है, सवेरे दुपहरे जदों भी उसनूं राम राम पढ़ाउंदियां पढ़ाउंदियां वो आप पढ़ गई। उसनूं परमेश्वर का नाम पढ़ाउंदियां पढ़ाउंदियां उहदे मन अंदर पूरा पक्का हो गया वाहिगुरू का नाम, ते उहदा बेड़ा पार हो गया। वो उस दलिद्रता विचों, उस गंदगी विचों निकल के पवित्र हो गई। वो सतगुरु कहंदे तारी ले गणका बिन रूप कुबजा। कुबजा, कुबजा एक कुब्बी इस्त्री सी, जिहड़ी के कंस दी गोली सी, उहदी गुलाम सी।
ਉਹਨਾਂ ਦੇ ਘਰ ਨੌਕਰ ਸੀ ਤੇ ਉਹ ਕੰਸ ਲਈ ਉਹਨਾਂ ਵਾਸਤੇ ਕੁਝ ਖੁਸ਼ਬੂਦਾਰ ਚੀਜ਼ਾਂ, ਅਤਰ ਵਗੈਰਾ ਲਿਆਉਣ ਦਾ, ਫੁੱਲ ਤੋੜ ਕੇ ਲਿਆਉਣ ਦਾ ਕੰਮ ਕਰਿਆ ਕਰਦੀ ਸੀ। ਘਰ ਦੇ ਨਿੱਕੇ ਮੋਟੇ ਕੰਮ ਕਰਨ ਵਾਲੀ ਕੁੱਬੀ ਇਸਤਰੀ ਸੀ। ਇਸ ਕਰਕੇ ਉਸ ਨੂੰ ਕੋਈ ਦੇਖਦਾ ਵੀ ਨਹੀਂ ਸੀ, ਉਹਦੇ ਵੱਲ ਕੋਈ ਧਿਆਨ ਵੀ ਨਹੀਂ ਸੀ ਦਿੰਦਾ ਤੇ ਉਹ ਪਤਾ ਨਹੀਂ ਕਿਹੜੇ ਕਰਮਾਂ ਦੀ ਆਪਣੀ ਸਜ਼ਾ ਭੋਗ ਰਹੀ ਸੀ। ਹੈ ਜਵਾਨ ਇਸਤਰੀ ਸੀ ਉਹ। ਜਦੋਂ ਸ਼੍ਰੀ ਕ੍ਰਿਸ਼ਨ ਗੁਜ਼ਰੇ ਤਾਂ ਕ੍ਰਿਸ਼ਨ ਨੇ ਉਸ ਕੁਬਜਾ ਦੇ ਕੋਲੋਂ ਉਸ ਨੂੰ ਰੋਕਿਆ, ਉਹਦੇ ਕੋਲੋਂ ਕੁਝ ਅਤਰ ਦੀ ਮੰਗ ਕੀਤੀ ਤਾਂ ਉਸਨੇ ਬੇਝਿਜਕ ਬਿਨਾਂ ਕੁਝ ਸੋਚਿਆਂ ਵਿਚਾਰਿਆਂ ਕਿ ਇਹ ਤਾਂ ਮੈਂ ਰਾਜੇ ਨੂੰ ਦੇਣੇ ਨੇ ਜਾ ਕੇ, ਉਹਨੇ ਕ੍ਰਿਸ਼ਨ ਨੂੰ ਕੁਝ ਅਤਰ, ਕੁਝ ਫੁੱਲ ਉਹਨੂੰ ਭੇਂਟ ਕਰ ਦਿੱਤੇ ਉਹਨਾਂ ਨੂੰ। ਤਾਂ ਸ਼੍ਰੀ ਕ੍ਰਿਸ਼ਨ ਨੇ ਉਸ ਦਾ, ਜਿਹਦਾ ਰੂਪ ਬੜਾ ਭੈੜਾ ਸੀ, ਜਿਹੜੀ ਕੁਰੂਪ ਸੀ, ਕੁਬਜਾ ਸੀ, ਕੁੱਬੀ ਸੀ, ਉਹਦਾ ਕੁੱਬ ਦੂਰ ਕਰ ਦਿੱਤਾ, ਉਹਦਾ ਰੂਪ ਸਵਾਰ ਦਿੱਤਾ ਤੇ ਉਹ ਇੱਕ ਸੁੰਦਰ ਜਵਾਨ ਇਸਤਰੀ ਹੋ ਗਈ। ਨਾਮਦੇਵ ਜੀ ਕਹਿੰਦੇ ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਰੂਪਹੀਣੀ ਉਹ ਕੁਬਜਾ, ਉਹਦਾ ਵੀ ਕੁੱਬ ਠੀਕ ਕਰ ਦਿੱਤਾ, ਉਹਦਾ ਵੀ ਰੂਪ ਸਵਾਰ ਦਿੱਤਾ। ਬਿਆਦ ਅਜਾਮਲ ਤਾਰੀ ਅਲੇ। ਅਜਾਮਲ ਇੱਕ ਐਸਾ ਆਦਮੀ ਸੀ ਜਿਹਨੇ ਸਾਰੀ ਜ਼ਿੰਦਗੀ ਵਿਸ਼ੇ ਵਿਕਾਰ ਹੀ ਕਮਾਏ, ਸਾਰੀ ਜ਼ਿੰਦਗੀ, ਜਿਹਨੇ ਸਾਰੀ ਜ਼ਿੰਦਗੀ ਪਾਪ ਹੀ ਪਾਪ ਕੀਤੇ, ਕਦੇ ਕੁਝ ਚੰਗਾ ਕਰਿਆ ਹੀ ਨਹੀਂ, ਹਮੇਸ਼ਾ ਵਿਸ਼ੇ ਵਿਕਾਰ ਹੀ ਕਮਾਉਂਦਾ ਰਿਹਾ, ਖੱਟਦਾ ਰਿਹਾ। ਪਰ ਇਹ ਵੀ ਤਰ ਗਿਆ, ਇਹਦਾ ਵੀ ਬੇੜਾ ਪਾਰ ਹੋ ਗਿਆ। ਇਹਦਾ ਬੇੜਾ ਕਿਵੇਂ ਪਾਰ ਹੋਇਆ ਕਿ ਇਸ ਨੇ ਅੰਤ ਵੇਲੇ ਰਾਮ ਨਾਮ ਜਪਿਆ, ਨਾਰਾਇਣ ਨਾਰਾਇਣ ਜਪਿਆ। ਅਖੀਰ ਨਾਰਾਇਣ ਨਾਰਾਇਣ ਜਪਦਾ ਜਪਦਾ ਇਹ ਆਖਰੀ ਵੇਲੇ, ਆਖਰੀ ਸਾਹ ਲੈਂਦਾ ਲੈਂਦਾ ਉਸ ਪਰਮਾਤਮਾ ਵਿੱਚ ਲੀਨ ਹੋ ਗਿਆ ਤੇ ਇਹਦਾ ਵੀ ਬੇੜਾ ਪਾਰ ਹੋ ਗਿਆ। ਇਸ ਲਈ ਨਾਮਦੇਵ ਜੀ ਕਹਿੰਦੇ ਕਿ ਇਹ ਸਾਰੇ ਤਰ ਗਏ। ਗਨਕਾ ਤਰ ਗਈ, ਕੁਬਜਾ ਤਰ ਗਈ, ਅਜਾਮਲ ਤਰ ਗਿਆ ਤੇ ਉਹ ਸ਼ਿਕਾਰੀ ਜਿਹਨੇ ਸ਼੍ਰੀ ਕ੍ਰਿਸ਼ਨ ਦਾ ਸ਼ਿਕਾਰ ਕੀਤਾ। ਚਰਨ ਬਦਿਕ ਜਨ ਤੇਉ ਮੁਕਤ ਪਏ। ਚਰਨ ਬਦਿਕ ਕਿ ਸ਼੍ਰੀ ਕ੍ਰਿਸ਼ਨ ਜੰਗਲ ਵਿੱਚ ਆਰਾਮ ਕਰ ਰਹੇ ਸਨ, ਉਹਨਾਂ ਦੇ ਪੈਰ ਵਿੱਚ ਜਿਹੜਾ ਪਦਮ ਸੀ ਉਹ ਚਮਕ ਰਿਹਾ ਸੀ, ਤਾਂ ਉਸ ਬਦਕ ਨੇ, ਸ਼ਿਕਾਰੀ ਨੇ ਸ਼੍ਰੀ ਕ੍ਰਿਸ਼ਨ ਦੇ ਉਸ ਪੈਰ ਦੇ ਪਦਮ ਨੂੰ ਹਿਰਨ ਦੀ ਅੱਖ ਸਮਝ ਲਿਆ ਤੇ ਉਹਨਾਂ ਦੇ ਉੱਪਰ ਉਸਨੇ ਤੀਰ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਤੀਰ ਦੀ ਵਜ੍ਹਾ ਕਰਕੇ ਹੀ ਸ਼੍ਰੀ ਕ੍ਰਿਸ਼ਨ ਦੀ ਮੌਤ ਹੋਈ, ਜਿਹੜਾ ਉਹਨਾਂ ਦੇ ਵੱਜਾ ਸਰੀਰ ਨੂੰ। ਤੇ ਉਸ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਤੇ ਕਿਸੇ ਆਦਮੀ ਨੂੰ ਨਿਸ਼ਾਨਾ ਬਣਾ ਬੈਠਾ, ਉਸਨੇ ਕ੍ਰਿਸ਼ਨ ਜੀ ਦੇ ਕੋਲ ਜਾ ਕੇ ਮਾਫੀ ਮੰਗੀ। ਕ੍ਰਿਸ਼ਨ ਜੀ ਨੇ ਆਖਿਆ ਕਿ ਨਿਯਤੀ ਦਾ ਇਹੀ ਵਿਧਾਨ ਸੀ, ਇਹੀ ਹੋਣਾ ਸੀ, ਇਸ ਲਈ ਤੇਰਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਤੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ। ਕ੍ਰਿਸ਼ਨ ਨੇ ਉਸ ਨੂੰ ਵੀ ਤਾਰ ਦਿੱਤਾ। ਚਰਨ ਬਦਕ ਤੇਉ ਮੁਕਤ ਪਏ। ਨਾਮਦੇਵ ਜੀ ਕਹਿੰਦੇ ਚਰਨਾਂ ਦੇ ਵਿੱਚ, ਉਹਨਾਂ ਦੇ ਚਰਨ ਵਿੱਚ ਤੀਰ ਵੱਜਾ, ਜਿਸ ਦੀ ਵਜ੍ਹਾ ਕਰਕੇ ਉਹਨਾਂ ਦੀ ਮੌਤ ਹੋ ਗਈ, ਪਰ ਉਹ ਬੰਦਾ ਵੀ ਤਰ ਗਿਆ। ਉਹ ਸ਼ਿਕਾਰ ਕਰਨ ਵਾਲਾ, ਉਹ ਸ਼ਿਕਾਰੀ ਦਾ ਵੀ ਪਾਰ ਉਤਾਰਾ ਕਰ ਦਿੱਤਾ ਗਿਆ। ਇਸ ਲਈ ਹਉ ਬਲ ਬਲ ਜਾਉ ਜਿਨ ਰਾਮ ਕਹੇ। ਨਾਮਦੇਵ ਜੀ ਕਹਿੰਦੇ ਜਿਹਨੇ ਵੀ ਪ੍ਰਮਾਤਮਾ ਦਾ ਨਾਮ ਲਿਆ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਵਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਕੈਸਾ ਵੀ ਆਦਮੀ ਹੋਵੇ। ਖਿਆਲ ਰੱਖਣਾ ਕਿ ਅੱਜ ਜਿਹੜਾ ਆਦਮੀ ਸਾਨੂੰ ਬੁਰਾ ਲੱਗਦਾ ਹੈ, ਹੋ ਸਕਦਾ ਹੈ ਕਿ ਕੱਲ ਨੂੰ ਇਹ ਸਵਰ ਜਾਵੇ। ਜਿਹੜਾ ਬੰਦਾ ਕੁਝ ਸਾਲ ਪਹਿਲਾਂ ਬਹੁਤ ਭੈੜਾ ਸੀ, ਬੜਾ ਪਾਪੀ ਸੀ, ਹੋ ਸਕਦਾ ਹੈ ਅੱਜ ਉਹ ਧਰਮੀ ਹੋ ਗਿਆ ਹੋਵੇ, ਅੱਜ ਉਹ ਸਵਰ ਗਿਆ ਹੋਵੇ, ਕੌਣ ਜਾਣੇ। ਇਸ ਲਈ ਕਦੇ ਵੀ ਕਿਸੇ ਬੰਦੇ ਨਾਲ ਨਫ਼ਰਤ ਕਰਨੀ ਉਹ ਠੀਕ ਨਹੀਂ ਹੁੰਦੀ।
कई वारी ऐसा हुंदा है, बहुती वारी ऐसा ही हुंदा है कि ਜਿਹੜੇ ਪਾਪੀ ਲੋਕ ਨੇ ਉਹ तर ਜਾਂਦੇ ਨੇ, ਜਿਹੜੇ ਆਪਣੇ ਆਪ ਨੂੰ ਪੁੰਨ ਆਤਮਾ ਸਮਝਦੇ ਨੇ ਉਹ ਡੁੱਬ ਜਾਂਦੇ ਨੇ, ਉਹਨਾਂ ਦਾ ਬੇੜਾ ਡੁੱਬ ਜਾਂਦਾ ਹੈ। ਕਿਉਂਕਿ ਪਾਪੀ ਦੇ ਕੋਲ ਹੰਕਾਰ ਕਰਨ ਲਈ ਕੁਝ ਵੀ ਨਹੀਂ ਹੈ, ਉਹਦੇ ਕੋਲ ਹਉਮੈ ਕਰਨ ਲਈ ਕੀ ਹੈ? ਕਿਉਂਕਿ ਉਹਨੇ ਕੋਈ ਜ਼ਿੰਦਗੀ ਵਿੱਚ ਚੰਗਾ ਕੰਮ ਕੀਤਾ ਹੀ ਨਹੀਂ, ਇਸ ਲਈ ਹਉਮੈ ਕਿਸ ਗੱਲ ਦੀ। ਪਰ ਜਿਹੜਾ ਆਪਣੇ ਆਪ ਨੂੰ ਧਰਮੀ ਸਮਝਦਾ ਹੈ ਨਾ, ਉਹਦੇ ਕੋਲ ਹਉਮੈ ਕਰਨ ਲਈ ਬਹੁਤ ਕੁਝ ਹੈ। ਉਹਨੇ ਬੜਾ ਦਾਨ ਕੀਤਾ ਹੈ, ਉਹਨੇ ਬੜਾ ਜਪ ਤਪ ਕੀਤਾ ਹੈ, ਇਸ ਲਈ ਉਹਦੇ ਕੋਲ ਹਉਮੈ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਉਹਦੀ ਹਉਮੈ ਹੀ ਉਸ ਨੂੰ ਅਖੀਰ ਡੁਬਾ ਦਿੰਦੀ ਹੈ। ਤੇ ਪਾਪੀ ਦੇ ਕੋਲ ਕੁਝ ਵੀ ਨਹੀਂ, ਖਾਲੀ ਹੈ ਉਹ, ਇਸ ਲਈ ਉਹ ਖਾਲੀ ਹੈ, ਹੰਕਾਰ ਤੋਂ ਵੀ ਰਹਿਤ ਹੈ, ਸਭ ਚੀਜ਼ਾਂ ਤੋਂ ਰਹਿਤ ਹੈ, ਤੇ ਉਹਦਾ ਪਾਰ ਲੱਗਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਇਸ ਲਈ ਧਰਮ ਦੀ ਖੇਡ ਥੋੜੀ ਉਲਟੀ ਚੱਲਦੀ ਹੈ, ਉਲਟੇ ਪਾਸੇ ਨੂੰ ਲੋਕ ਸਮਝ ਨਹੀਂ ਪਾਉਂਦੇ। ਇਸ ਕਰਕੇ ਨਾਮਦੇਵ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਂਦਾ ਵਾਂ, ਬਲਿਹਾਰ ਜਾਂਦਾ ਵਾਂ, ਜਿਨ੍ਹਾਂ ਨੇ ਵੀ ਵਾਹਿਗੁਰੂ ਦਾ ਨਾਮ ਲਿਆ। ਹਉ ਬਲ ਬਲ ਜਾਉ ਜਿਨ ਰਾਮ ਕਹੇ, ਚਾਹੇ ਉਹ ਗਣਕਾ ਸੀ, ਚਾਹੇ ਉਹ ਕੁਬਜਾ ਸੀ, ਚਾਹੇ ਉਹ ਅਜਾਮਲ ਸੀ, ਚਾਹੇ ਉਹ ਸ਼ਿਕਾਰੀ ਸੀ, ਕੋਈ ਵੀ ਜਿਹਨੇ ਵੀ ਰੱਬ ਦਾ ਆਸਰਾ ਲਿਆ ਉਹ ਪਾਰ ਲੰਘ ਗਿਆ, ਉਹਦਾ ਬੇੜਾ ਪਾਰ ਹੋ ਗਿਆ। ਦਾਸੀ ਸੁੱਤ ਜਨ ਬਿਦਰ ਸੁਦਾਮਾ। ਨਾਮਦੇਵ ਜੀ ਕਹਿੰਦੇ ਦਾਸੀ ਦਾ ਪੁੱਤਰ ਬਿਦਰ, ਕਿ ਉਹਦਾ ਬੇੜਾ ਪਾਰ ਹੋ ਗਿਆ। ਦਾਸੀ ਸੁੱਤ ਜਨ ਬਿਦਰ ਸੁਦਾਮਾ। ਸੁਦਾਮਾ ਸ਼੍ਰੀ ਕ੍ਰਿਸ਼ਨ ਦਾ ਮਿੱਤਰ, ਉਹਦੇ ਕੋਲ ਕੀ ਸੀ? ਕੁਛ ਵੀ ਨਹੀਂ, ਬੜਾ ਗਰੀਬ ਆਦਮੀ ਸੀ। ਕ੍ਰਿਸ਼ਨ ਨੂੰ ਭੇਂਟ ਕਰਨ ਵਾਸਤੇ ਉਹਦੇ ਕੋਲ ਕੁਛ ਨਹੀਂ ਸੀ, ਕੋਈ ਮਹਿੰਗੀ ਚੀਜ਼, ਕੋਈ ਕੱਪੜਾ ਲੀੜਾ, ਕੁਛ ਨਹੀਂ ਸੀ। ਕ੍ਰਿਸ਼ਨ ਨੂੰ ਮਿਲਣ ਜਾਣਾ, ਪਰ ਲੈ ਕੇ ਕੀ ਜਾਵਾਂ? ਪਤਨੀ ਨੇ ਕਿਹਾ ਕਿ ਗਰੀਬ ਆਦਮੀ ਅਸੀਂ ਲੋਕ, ਸਾਡੇ ਕੋਲ ਕੀ ਹੈ? ਆ ਚੌਲਾਂ ਦੀ ਮੁੱਠ ਲੈ ਜਾ। ਉਹ ਚੌਲਾਂ ਦੀ ਇੱਕ ਮੁੱਠ ਬੰਨ੍ਹ ਕੇ ਲੈ ਜਾਂਦਾ ਆਪਣੇ ਨਾਲ, ਤੇ ਉਸ ਚੌਲਾਂ ਦੀ ਇੱਕ ਮੁੱਠ ਨੇ ਹੀ ਉਹਦਾ ਬੇੜਾ ਪਾਰ ਕਰ ਦਿੱਤਾ, ਤੇ ਉਹਦੀ ਦਰਿਦਰਤਾ, ਉਹਦੀ ਗਰੀਬੀ ਸਭ ਦੂਰ ਹੋ ਗਈ। ਉਹਦਾ ਜੀਵਨ ਬਦਲ ਗਿਆ। ਇਸ ਲਈ ਸਤਿਗੁਰੂ ਕਹਿੰਦੇ ਦਾਸੀ ਸੁੱਤ ਜਨ ਬਿਦਰ। ਬਿਦਰ ਕਿ ਜਿਹੜਾ ਗਰੀਬ ਆਦਮੀ ਸੀ, ਦਾਸੀ ਦੇ ਕੁੱਖ ਤੋਂ ਪੈਦਾ ਹੋਇਆ ਸੀ, ਤੇ ਉਹਦੇ ਘਰ ਕ੍ਰਿਸ਼ਨ ਨੇ ਜਾ ਕੇ ਅਲੂਣਾ ਸਾਗ ਖਾਧਾ ਸੀ। ਦੁਰਯੋਧਨ ਦੇ ਘਰ ਛੱਡ ਕੇ ਜਾ ਕੇ ਬਿਦਰ ਦੇ ਘਰ ਜਾ ਕੇ ਰੋਟੀ ਖਾਧੀ। ਦਾਸੀ ਸੁੱਤ ਜਨ ਬਿਦਰ ਸੁਦਾਮਾ। ਉਗਰਸੈਨ, ਉਗਰਸੈਨ ਕੰਸ ਦਾ ਪਿਤਾ ਸੀ, ਕੰਸ ਦਾ ਪਿਤਾ, ਤੇ ਆਪਣੇ ਪਿਤਾ ਨੂੰ ਤਖਤ ਤੋਂ ਹਟਾ ਕੇ ਧੱਕੇ ਨਾਲ ਕੰਸ ਨੇ ਰਾਜ ਦੇ ਉੱਤੇ ਕਬਜ਼ਾ ਕਰ ਲਿਆ ਸੀ, ਸਿੰਘਾਸਣ ਤੇ ਆਪਣੇ ਪਿਤਾ ਨੂੰ ਜੇਲ੍ਹ ਸੁੱਟਿਆ ਸੀ। ਸ਼੍ਰੀ ਕ੍ਰਿਸ਼ਨ ਨੇ ਕੰਸ ਨੂੰ ਮਾਰ ਕੇ ਤੇ ਉਗਰਸੈਨ ਨੂੰ ਰਾਜ ਦਿੱਤਾ ਸੀ। ਇਸ ਲਈ ਨਾਮਦੇਵ ਜੀ ਕਹਿੰਦੇ ਦਾਸੀ ਸੁੱਤ ਜਨ ਬਿਦਰ ਸੁਦਾਮਾ। ਉਗਰਸੈਨ ਕੋ ਰਾਜ ਦੀਏ, ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੀ तेऊ तरे। परमात्मा ये नहीं देखता कि बंदे ने जप किया है या नहीं किया। वाहिगुरु जदों तारण ते आउंदा है तां ओह बेड़ा तार ही दिंदा है। इसलिए नामदेव जी कहते जपहीन कि जप तो हीणे, कोई जप तप है ही नहीं पल्ले, कोई सिमरन साधना कुछ भी नहीं। तपहीन कोई तपस्या है ही नहीं, कोई तप नहीं किया। हुण गणका ने किहड़ा तप कीता सी, उन्हें कोई तप नहीं सी करया। अजामल ने किहड़ी तपस्या कीती सी, उन्हें कोई तपस्या नहीं सी कीती। कुलहीन कि कोई उच्ची कुल नहीं है कि लोग समझण कि उच्ची कुल वालियां दा उधार हुंदा है, नहीं, उच्ची कुल भी नहीं। कर्महीन चंगे कर्म भी नहीं है जीवन दे विच। पर नामे के स्वामी ते उतरे, नामे दे स्वामी ने सारियां नूं उतार दिता। वाहिगुरु ने सब दा बेड़ा पार कर दिता जिन्हें भी उस परमेश्वर नूं सिमरिया। इसलिए नामदेव जी कहते राम कहत जन कस ना तरे। वाहिगुरु दा नाम लैंदिया बंदा किवें नहीं तरदा, वो पार लंघ ही जांदा है। सतगुरु रहमत करे साडे सारियां दे जीवन विच वाहिगुरु दा नाम बसे,
ਤਾਂ ਜੋ ਅਸੀਂ ਮਾਇਆ ਦੇ ਸਭ ਬੰਧਨਾਂ ਤੋਂ ਮੁਕਤ ਹੋ ਸਕੀਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।